ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਕੁਛ ਕੁ ਗੱਲਾਂ ਕਰਨੀਆਂ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਦੀ ਜ਼ਮੀਰ ਬੜੀ ਮਰੀ ਹੋਈ ਹੁੰਦੀ ਹੈ। ਮਰੀ ਹੋਈ ਜ਼ਮੀਰ, ਮਰੀ ਜ਼ਮੀਰ ਤੋਂ ਵੀ ਅਸਲੀ ਇੱਕ ਕੋਈ ਸ਼ਬਦ ਹੁੰਦਾ ਨਾ ਗਾਂਹ ਵਾਲਾ, ਤਾਂ ਉਹ ਵੀ ਮੈਂ ਵਰਤਦਾ ਕਿ ਕਿਵੇਂ ਲੋਕਾਂ ਨੂੰ ਥੱਲੇ ਸਿੱਟਿਆ ਜਾਵੇ। ਕਰੋਨਾ ਦਾ ਦੌਰ ਆ, ਹੈ ਨਾ, ਹਰੇਕ ਰੋਜੀ ਰੋਟੀ ਲਈ ਆਪਦੇ ਜਪਕਦਾ ਫਿਰਦਾ। ਉਹ ਕਿਸੇ ਵੀ ਢੰਗ ਨਾਲ ਆਪਦੀ ਰੋਜੀ ਰੋਟੀ ਕਮਾਉਣ ਦੇ ਲਈ ਭਾਵੇਂ ਕੋਈ ਰਿਸਕ ਲੈ ਰਿਹਾ, ਕੁਛ ਵੀ ਕਰ ਰਿਹਾ। ਚਲੋ ਪਹਿਲੀ ਗੱਲ ਤਾਂ ਬਿਮਾਰੀ ਹੈ, ਬਿਮਾਰੀ ਦਾ ਕਰਕੇ ਮੇਰੇ ਖਿਆਲ ਦੇ ਵਿੱਚ ਰਿਸਕ ਲੈਣਾ ਨਹੀਂ ਚਾਹੀਦਾ। ਪਰ ਜੇ ਕੋਈ ਆਪਦੇ, ਕਿਉਂਕਿ ਜਿਹੜਾ ਸਰਕਾਰ ਨੇ ਕਾਨੂੰਨ ਬਣਾਤਾ ਨਾ, ਕੋਈ ਲਾਅ ਬਣਾਇਆ, ਤੇ ਇਹਦਾ ਮਤਲਬ ਜੇ ਕੋਈ ਕਰਦਾ ਤਾਂ ਇਹਦਾ ਮਤਲਬ ਇਲੀਗਲ ਆ, ਉਹ ਇਲੀਗਲ ਤੌਰ 'ਤੇ ਕਰ ਰਿਹਾ। ਜਿਵੇਂ ਖਬਰਾਂ ਮਿਲਦੀਆਂ ਰਹੀਆਂ ਪਿੱਛੇ ਕਿ ਆਇਲ ਸੈਂਟਰਾਂ ਵਾਲੇ ਜਿਹੜੇ ਹੁਣ ਬੰਦ ਕੀਤੇ ਹੋਏ ਸਰਕਾਰ ਨੇ, ਹਾਂਜੀ, ਉਹ ਘਰੇ ਬੁਲਾ ਕੇ ਪੜ੍ਹਾਉਂਦੇ ਆ, ਕੋਚਿੰਗ ਦਿੰਦੇ ਆ। ਅਤੇ ਪਹਿਲਾਂ ਵੀ ਕੁਛ ਕੁ ਸਾਡੇ ਮਰੀ ਹੋਈ ਜ਼ਮੀਰ ਵਾਲੇ ਲੋਕ ਜਿਨ੍ਹਾਂ ਨੇ ਮੇਰੇ ਨਾਲ ਵੀ ਕੰਟੈਕਟ ਕੀਤੇ, ਅਤੇ ਉਹਨਾਂ ਨੇ ਕਿਹਾ ਜੀ ਲੋਕ ਘਰੇ ਬੈਠੇ ਕਰੀ ਜਾਂਦੇ ਆ। ਮੈਂ ਕਿਹਾ ਬਾਈ ਜੀ ਉਹਨਾਂ ਦਾ ਰਿਸਕ ਆ। ਪਹਿਲੀ ਗੱਲ ਤਾਂ ਇਸ ਕਰਕੇ ਰਿਸਕ ਆ, ਬਿਮਾਰੀ ਘਰੇ ਆ ਸਕਦੀ ਹੈ, ਬੱਚੇ ਵੀ ਆ, ਸਭ ਦੇ ਪਰਿਵਾਰ ਆ ਸਭ ਦਾ। ਅਤੇ ਫਿਰ ਦੂਜਾ ਰਿਸਕ ਮੰਨ ਕੇ ਚਲੋ ਵੀ ਸਰਕਾਰ ਨੇ ਮਨਾ ਕੀਤਾ, FIR ਵੀ ਹੋ ਸਕਦੀ ਹੈ, ਤਾਂ ਉਹ ਉਹਦਾ ਰਿਸਕ ਲੈ ਰਹੇ ਆ ਵੀ ਤੁਸੀਂ ਕਰ ਲਓ, ਤੁਸੀਂ ਕਰੋ, ਗੱਲ ਹੀ ਕੋਈ ਨਹੀਂ। ਤੁਹਾਨੂੰ ਲਾ, ਤੁਸੀਂ ਰਿਸਕ ਲੈ ਸਕਦੇ, ਲੈ ਲਓ, FIR ਹੁਣ ਤੁਹਾਡੇ 'ਤੇ ਹੋਣੀ ਹੈ, ਕਿਉਂਕਿ ਸਰਕਾਰ ਦੇ ਨਿਗਾਹ ਦੇ ਵਿੱਚ ਤਾਂ ਜੁਰਮ ਆ ਨਾ, ਉਹ ਕਰਦੇ ਪਏ ਆ ਤਾਂ, ਅਤੇ ਉਹਨਾਂ 'ਤੇ FIR ਹੋ ਜਾਣੀ ਆ, ਤੁਸੀਂ ਕਰ ਲਓ। ਨਹੀਂ ਜੇ ਉਹਨਾਂ ਦਿਲ ਤਾਂ ਹੈ ਨਹੀਂ, ਕਿਉਂਕਿ ਇਹਨਾਂ ਦਾ ਚੱਲਦਾ ਆਇਲਸ ਕੋਚਿੰਗ ਜਿਹੜਾ ਕੰਮ ਇਹਨਾਂ ਦਾ ਚੱਲਦਾ ਬਾਈ ਜੀ, ਉਹ ਆਪਦੇ ਕੋਲ ਇਹਨਾਂ ਦੇ ਪੱਲੇ ਕੁਛ ਹੈ ਨਹੀਂ। ਇਹਨਾਂ ਦਾ ਕੰਮ ਚੱਲਦਾ ਜ਼ਿਆਦਾਤਰ ਟੀਚਰਸ 'ਤੇ, ਐਡ ਕਰਦੇ, ਐਡਵਰਟਾਈਜ਼ਮੈਂਟ 'ਤੇ ਵੱਧ ਤੋਂ ਵੱਧ ਲੋਕਾਂ ਨੂੰ ਭਰਮਾ ਕੇ ਸਾਧਦੇ ਆ। ਉਹ ਇਹਨਾਂ ਤੋਂ ਹੋ ਰਹੀ, ਉਹ ਇੰਸਟੀਚਿਊਟ 'ਚ ਹੀ ਆਊਗਾ, ਘਰਾਂ 'ਚ ਤਾਂ ਕੋਈ ਆਊਗਾ ਨਹੀਂ, ਕਿਉਂਕਿ ਸ਼ਰੇਆਮ ਤਾਂ ਕਰ ਨਹੀਂ ਸਕਦੇ। ਭਰਮਾ ਕੇ ਲੋਕਾਂ ਨੂੰ ਸੱਦਣਗੇ, ਕੁਛ ਨਾ ਕੁਛ ਉਹਨਾਂ ਨੂੰ ਝੂਠ ਮਾਰਨਗੇ, ਫਿਰ ਉਹ ਆਉਣਗੇ ਉਹਨਾਂ ਕੋਲ। ਅਤੇ ਉਹ ਇਹਨਾਂ ਦਾ ਹੋ ਨਹੀਂ ਰਿਹਾ ਸੀ, ਇਸ ਕਰਕੇ ਚੱਲਦਾ ਉਹਦਾ ਸੀ। ਜੇ ਮੰਨ ਕੇ ਚਲੋ ਕੋਈ ਚਲਾਉਂਦਾ ਸੀ, ਜੇ ਕੋਈ ਆਪਦੇ ਘਰੇ ਬੈਠ ਕੇ ਚਲਾਉਂਦਾ ਸੀ, ਤਾਂ ਉਹ ਇਸ ਕਰਕੇ ਚੱਲਦਾ ਹੋਊਗਾ ਕਿਉਂਕਿ ਉਹਦੇ ਕੋਲ ਪੱਲੇ ਹੋਊਗਾ। ਟੀਚਰ ਤਾਂ ਕੋਈ ਆਉਂਦਾ ਨਹੀਂ ਸੀਗਾ ਕਿਸੇ ਕੋਲੇ, ਤਾਂ ਹੋ ਸਕਦਾ 5, 10, 20 ਜਿੰਨੇ ਵੀ ਸਟੂਡੈਂਟ ਪੜ੍ਹਾਉਂਦਾ ਹੋਊ। ਪਹਿਲੀ ਗੱਲ ਤਾਂ ਚਲੋ ਗਲਤ ਤਾਂ ਸੀਗਾ ਹੀ, ਰਿਸਕ ਸੀ, ਠੀਕ ਹੈ, ਨਹੀਂ ਚਾਹੀਦਾ। ਤਾਂ ਜੇ ਕਰਦੇ ਸੀ ਤਾਂ ਉਹ ਆਪਦੇ ਰਿਸਕ 'ਤੇ ਕਰਦੇ ਸੀ, ਅਤੇ FIR ਉਹਨਾਂ 'ਤੇ ਹੋਣੀ ਸੀ। ਅਤੇ ਜੇ ਕੰਮ ਕਰਨ ਦੀ ਆਪਾਂ ਗੱਲ ਕਰੀਏ, ਜੇ ਕੰਮ ਖਿਲਾਉਣ ਦੀ ਬਾਈ ਜੀ ਗੱਲ ਕਰਨੀ ਸੀ ਤੁਸੀਂ, ਤਾਂ ਤੁਸੀਂ ਸਾਰਿਆਂ ਦੀ ਕਰਦੇ ਵੀ ਬਾਈ ਜੀ ਹਾਂ, ਸਾਰਿਆਂ ਦੇ ਕੰਮ ਖੁੱਲ੍ਹਣੇ ਚਾਹੀਦੇ ਆ। ਤੁਸੀਂ ਇੱਕ ਰਾਹ ਕੀ ਫੜਨ ਲੱਗੇ ਹੋ, ਕਿਸੇ ਮਹਿਕਮੇ ਦਾ ਨਾਂ ਲੈ ਕੇ ਤੁਸੀਂ ਕਹਿੰਦੇ ਜੀ ਸਾਡੀ ਗੱਲ ਹੋਊਗੀ, ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ, ਇੱਕ ਇੰਸਟੀਚਿਊਟ ਵਾਲੇ, ਅਤੇ ਉਹਨਾਂ ਨਾਲ ਸਾਡੀ ਗੱਲ ਹੋਊਗੀ, ਤਾਂ ਉਹ ਕਹਿੰਦੇ ਵੀ ਤੁਸੀਂ ਖੋਲ੍ਹੋ। ਔਰ ਨਾਲ ਕੀ ਕਹਿ ਰਹੇ ਹੋ ਕਿ ਉਹਨਾਂ ਨੂੰ ਨਹੀਂ ਖੋਲ੍ਹਣ ਦੇਣੇ ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ। ਖੋਪੜ ਕੰਮ ਕਰਦਾ ਤੁਹਾਡਾ ਕਿ ਤੁਸੀਂ, ਤੁਹਾਡੇ ਕੋਲ ਪਾਵਰ ਹੈ, ਜਾਂ ਕਿ ਜਿਹੜੇ ਵੀ ਆਫਿਸਰ ਨੂੰ ਤੁਸੀਂ ਦਿਓਗੇ ਕੁਛ, ਅਤੇ ਉਹਦੇ ਕੋਲ ਪਾਵਰ ਹੈ ਕਿ ਉਹ ਕਹਿ ਦੇਵੇ ਹਾਂਜੀ ਇਹਨੇ ਮੈਨੂੰ ਪੈਸੇ ਨਹੀਂ ਦਿੱਤੇ ਤਾਂ ਮੈਂ ਬੰਦ ਕਰਾਉਣਾ, ਤੂੰ ਖੋਲ੍ਹ ਹੀ ਰੱਖ। ਪੜ੍ਹੇ ਲਿਖੇ ਲੋਕ ਬੈਠੇ ਬਾਈ ਜੀ, ਐਡਾ ਕੋਈ ਬੁੱਧੂ ਨਹੀਂ ਬੈਠਾ ਤੇ ਵੀ ਤੁਸੀਂ ਖੋਲ੍ਹ ਲਓਗੇ ਅਤੇ ਅਗਲੇ ਦਾ ਖੋਲ੍ਹਣ ਨਾ ਦਿਓਗੇ, ਅਤੇ ਆਫਿਸਰ ਆ ਕੇ ਕਹਿ ਦੂਗਾ ਸ਼ਰੇਆਮ। ਪੱਤਰਕਾਰ ਇਕੱਲੇ ਤੁਹਾਡੇ ਕੋਲ ਥੋੜ੍ਹੀ ਆ, ਬਹੁਤ ਇਮਾਨਦਾਰ ਪੱਤਰਕਾਰ ਬੈਠੇ ਆ ਬਾਈ ਜੀ, ਬਹੁਤ ਇਮਾਨਦਾਰ, ਜਿਹੜੇ ਵਾਕਈ ਲੋਕਾਂ ਦੀ ਆਵਾਜ਼ ਬਣਦੇ ਆ। ਅਤੇ ਤੁਸੀਂ ਇਹ ਜਿਹਾ ਕਰਕੇ ਕਿਸੇ ਨੂੰ ਮੁਸੀਬਤ ਦੇ ਵਿੱਚ ਪਾਉਣ ਲੱਗੇ ਮਿੰਟ ਲਾਉਂਦੇ ਹੋ ਅੰਦਰ ਬੈਠ ਕੇ। ਯਾਰ ਮੈਨੂੰ ਸਮਝ ਨਹੀਂ ਆਉਂਦੀ, ਮੈਂ ਆਪਦੇ ਇੱਥੇ ਟੈਂਟ ਹਾਊਸ 'ਤੇ ਕਿਸੇ ਨੂੰ ਬੁਲਾਵਾਂ, 4 ਬੰਦੇ ਬੁਲਾਵਾਂ, ਅਤੇ ਮੈਂ ਆਪਦੇ ਫੀਲਡ ਬਾਰੇ, ਕਿਸੇ ਵੀ ਟੈਂਟ ਹਾਊਸ ਬਾਰੇ ਮੀਟਿੰਗ ਕਰਕੇ ਕਹਾਂ 4 ਬੰਦਿਆਂ ਨੂੰ ਸੱਦ ਕੇ ਵੀ ਆਪਾਂ ਵੀ ਜੇ ਆਪਣਾ ਕੰਮ ਤਾਂ ਚੱਲਦੇ ਨਹੀਂ ਤਾਂ ਚੱਲੀ ਜਾਂਦਾ, ਆਪਾਂ ਇਹ ਲੱਤਾਂ ਖਿੱਚ ਕੇ ਇਹਨੂੰ ਕਿਵੇਂ ਨਾ ਕਿਵੇਂ ਫਸਾ ਦੇਈਏ। ਜ਼ਮੀਰ ਤੁਹਾਡਾ ਯਾਰ ਕਿਸ ਤਰ੍ਹਾਂ ਦਾ ਜ਼ਮੀਰ ਆ ਤੁਹਾਡਾ? ਅਜੇ ਤੱਕ ਇੱਕ ਵੀ ਬੰਦੇ ਦਾ ਮਾੜਾ ਨਹੀਂ ਕੀਤਾ ਅਜੇ ਤੱਕ। ਇਸ ਕਰਕੇ ਪ੍ਰਮਾਤਮਾ ਨੇ ਬਾਂਹ ਫੜੀ ਹੋਈ ਆ। ਬਹੁਤ ਲੋਕਾਂ ਨੂੰ, ਬੜਿਆਂ ਨੂੰ ਭੁਲੇਖਾ ਕਿ ਇਹ ਤੋਂ ਪੈਸੇ ਕਢਾ ਲਗੇ, ਇਹਦੇ ਕੋਲ ਹੁਣ ਪੈਸੇ ਆ, ਕਹੀਂ ਕਿੰਨੇ ਕੁ ਟਾਈਮ ਦਾ ਕੰਮ ਕਰੀ ਜਾਂਦਾ। ਬਾਈ ਜੀ ਹਾਲੇ ਵੀ ਹੈਂਡ ਟੂ ਮਾਊਥ ਆ, ਇਸ ਕਰਕੇ ਕਿਉਂਕਿ ਇਮਾਨਦਾਰੀ ਨਾਲ ਕੰਮ ਕਰਦੇ ਪਏ। ਕਿਸੇ ਦਾ ਕੋਈ ਪੈਸਾ ਨਾ ਫੀਸ ਦੇ ਤੌਰ 'ਤੇ ਨਜਾਇਜ਼ ਲਿਆ ਸੀ, ਠੀਕ ਹੈ, ਨਾ ਟੈਂਟ ਹਾਊਸ ਤੋਂ ਨਜਾਇਜ਼ ਲਿਆ। ਅਤੇ ਜੇ ਇੱਕ ਛੋਟਾ ਜਿਹਾ ਕੰਮ ਨਿੱਕਾ ਜਿਹਾ ਉਹ ਤਾਂ ਚਲ ਗਿਣਤੀ 'ਚ ਵੀ ਨਹੀਂ ਆਉਂਦਾ, ਉਹਨੂੰ ਕੀ ਕਹਿਣਾ, ਫਾਈਨੈਂਸ ਦਾ ਜਿਹਨੂੰ ਕਹਿੰਦਾ, ਉਹ ਮੱਥਾ ਜਿਹਾ ਮਾਰਨ ਵਾਲਾ ਕੰਮ ਉਹ ਕਰੀ ਜਾਂਦਾ ਬੈਠਾ ਨਾ, ਨਿੱਕਾ ਜਿਹਾ। ਰੋਜੀ ਰੋਟੀ ਚਲਾਉਣ ਦੇ ਕੁਦਰਤੀ ਗੱਲ ਚਲਾਉਣੀ ਹੁੰਦੀ ਹੈ। ਸਾਰੇ ਕੰਮ ਇਮਾਨਦਾਰੀ ਨਾਲ ਕਰਦੇ ਆ ਕਿਉਂਕਿ ਇਹ ਚੀਜ਼ ਸੋਚਦੇ ਆ ਕਿ ਸਾਡੇ ਬੱਚਿਆਂ ਨੇ ਰੋਟੀ ਖਾਣੀ ਹੈ। ਅਤੇ ਤੁਹਾਡੇ ਕੋਲੇ ਮਰੀ ਹੋਈ ਜ਼ਮੀਰ ਵਾਲਿਓ, ਤੁਸੀਂ ਇਹ ਚਾਹੁੰਦੇ ਆ ਕਿ ਤੁਸੀਂ ਕਿਸੇ ਨੂੰ ਫਸਾ ਦਿਓ, ਠੀਕ ਹੈ, ਉਹ ਫਸ ਜਾਵੇ, ਠੀਕ ਹੈ, ਤਾਂ ਕਿ ਤੁਹਾਡੇ ਜਿਹੜੇ ਪੈਸੇ ਦਿੱਤੇ ਹੋਏ ਆ ਕਿਸੇ ਵੀ ਮਹਿਕਮੇ ਨੂੰ, ਤਾਂ ਉਹ ਤੁਹਾਡਾ ਦਫ਼ਤਰ ਖੁਲਾ ਦੇਣ, ਪਰ ਉਹਦਾ ਬੰਦ ਕਰਾ ਦੇਣਾ। ਪਹਿਲੀ ਗੱਲ ਤਾਂ ਬਾਈ ਜੀ ਪ੍ਰੈਕਟੀਕਲੀ ਪੋਸੀਬਲ ਹੈ ਕਿ ਜਿਹੜੇ ਵੀ ਤੁਸੀਂ ਆਫਿਸਰ ਨੂੰ ਪੈਸੇ ਦਿਓ, ਕੀ ਗੱਲ ਪਿਓ ਲੱਗਦਾ ਉਹ ਕਿ ਉਹਦਾ ਕਹੂਗਾ ਜਿਹਦੇ ਪੈਸੇ ਦੇਤੇ ਅਤੇ ਇਹਦਾ ਤਾਂ ਮੈਂ ਚੱਲਣ ਦੂੰਗਾ, ਤੁਹਾਡਾ ਨਹੀਂ ਚੱਲਣ ਦੇਣਾ ਕਿਉਂਕਿ ਤੁਸੀਂ ਮੈਨੂੰ ਪੈਸੇ ਦਿੱਤੇ। ਹੋ ਜੂ ਇਹ ਪੱਤਰਕਾਰ ਇਕੱਲੇ ਤੁਹਾਡੇ ਕੋਲੇ ਨਹੀਂ ਆ, ਸਾਰਿਆਂ ਕੋਲੇ ਆ ਬਾਈ ਜੀ। ਇੱਥੇ ਤੁਸੀਂ ਉਹਨਾਂ ਦੇ ਸਟੂਡੈਂਟ ਦੇ ਘਰ ਤੋਂ ਲੈ ਕੇ ਕੋਈ ਅੰਡਰਗਰਾਊਂਡ ਰਸਤਾ ਦੇ ਦਿਓਗੇ ਵੀ ਸਟੂਡੈਂਟ ਦਿਸਣਗੇ ਨਾ ਤੁਹਾਡੇ ਆਉਂਦੇ।
ਤੇ ਕੀ ਉਹ ਆਫਿਸਰ ਆ ਕੇ ਕਹਿ ਦੂਗਾ ਹਾਂਜੀ ਇਹ ਤਾਂ ਚਲਾਊਗਾ, ਹਿੱਕ ਥਾਪੜ ਕੇ ਕਹੂਗਾ? ਉਹ ਆਫਿਸਰ ਤੋਂ ਉੱਤੇ ਆਫਿਸਰ ਨਹੀਂ ਹੈ ਕੋਈ, ਉੱਪਰਲੇ ਮਹਿਕਮੇ ਨਹੀਂ ਹੈ ਕੋਈ। ਪਹਿਲੀ ਗੱਲ ਤਾਂ ਤੁਸੀਂ ਕੰਡੇ ਬੀਜਦੇ ਪਏ ਦੂਜਿਆਂ ਲਈ, ਆਪਦੇ ਲਈ ਤਾਂ ਬੀਜਦੇ ਹੀ ਬੀਜਦੇ ਆ। ਜਿਹੜਾ ਪੈਸੇ ਦੇਣ ਵਾਲਾ ਨਵੀਂ ਚੱਲਣ 'ਚ ਪੜ੍ਹਾਉਣਾ, ਐਜੂਕੇਸ਼ਨ ਦੇਣੀ ਆ ਤੁਸੀਂ ਕਿਸੇ ਨੂੰ, ਠੀਕ ਹੈ? ਪੜ੍ਹਾਉਣ ਦੇ ਨਾਂ 'ਤੇ ਤੁਸੀਂ ਕੰਮ ਕਰਦੇ ਪਏ ਹੋ ਅਤੇ ਦਿੰਦੇ ਪਏ ਹੋ ਰਿਸ਼ਵਤਾਂ। ਪਹਿਲੀ ਗੱਲ ਤਾਂ ਮੈਂ ਤਾਂ ਸਹਿਮਤੀ ਦੇ ਦਿੱਤੀ, ਚੱਲ ਵੀ ਚੱਲ ਜਿਵੇਂ ਨਾਲ ਚੱਲੇ, ਚਲੋ ਕੋਈ ਗੱਲ ਨਹੀਂ, ਆਪਾਂ ਕਰ ਲਓ ਬਾਈ, ਆਪਾਂ ਤਾਂ ਕੁਛ ਨਹੀਂ ਕਹਿੰਦੇ ਤੁਹਾਡੇ ਨਾਲ ਆ, ਚਲੋ ਕੰਮਾਂ ਕਾਰਾਂ 'ਚ ਬਿਜ਼ੀ ਹੋ ਗਿਆ, ਨਹੀਂ ਆਇਆ ਗਿਆ। ਅਤੇ ਫਿਰ ਤੁਸੀਂ ਸਾਜ਼ਿਸ਼ਾਂ ਘੜਦੇ, ਕਿਸੇ ਦੇ ਫਲਾਣੇ ਨੂੰ ਭੇਜ ਦਿਓ ਜੀ, ਪੱਤਰਕਾਰ ਭੇਜ ਦਿਓ ਜੀ, ਵੀਡੀਓ ਬਣਾਓ ਜੀ, ਉਹਨੂੰ ਫਸਾ ਦਿਓ ਜੀ, ਚਲੋ ਠੀਕ ਹੈ ਜੀ, FIR ਹੋ ਜੂ ਬਾਈ ਜੀ। ਕਿਤੇ ਸੋਚਿਆ ਕਿ ਉਹ ਬੰਦੇ ਦੀ ਕਿੱਡੀ ਮਜਬੂਰੀ ਹੋ, ਜੇਕਰ ਕੋਈ ਕੰਮ ਕਰਦਾ ਪਿਆ, ਬੈਂਕਾਂ ਦੇ ਕਰਜ਼ੇ ਆ, ਚਲ ਮੈਂ ਆਪ ਦਾ ਗੱਲ ਦੱਸਦਾ, ਬੈਂਕਾਂ ਦੇ ਦੋਵਾਂ ਦੇ ਕਰਜ਼ੇ ਆ ਬਾਈ ਜੀ, 1 ਰੁਪਈਆ ਮੇਰੇ ਕੋਲ ਸੇਵਿੰਗ ਨਹੀਂ ਹੈ। ਟੈਂਟ ਹਾਊਸ ਦੇ ਜਿਹੜੀ ਦੁਕਾਨ ਆ, ਇਹ 'ਤੇ ਮੈਂ ਉਹ ਦੇਣਾ ਹੁੰਦਾ ਕਿਰਾਇਆ ਮਹੀਨੇ ਦੀ ਮਹੀਨੇ, ਠੀਕ ਹੈ? ਮੁੰਡਾ ਕੰਮ 'ਤੇ ਰੱਖਿਆ, ਉਹਨੂੰ ਨਹੀਂ ਹਟਾ ਸਕਦਾ, ਉਹਨੂੰ ਵੀ ਤਨਖਾਹ ਦੇਣੀ ਹੈ, ਠੀਕ ਹੈ? ਫਿਰ ਕੰਮ ਵਾਲੀਆਂ ਘਰੇ ਹੈਗੀਆਂ, ਉਹਨਾਂ ਨੂੰ ਵੀ ਤਨਖਾਹਾਂ ਦੇਣੀਆਂ। ਅਤੇ ਟੈਂਟ ਹਾਊਸ ਬੰਦ ਆ ਕਿਉਂਕਿ ਸਰਕਾਰ ਨੇ ਬੈਨ ਕਰਤਾ ਵੀ ਇਕੱਠ ਨਹੀਂ ਹੋ ਸਕਦੇ, ਠੀਕ ਹੈ? ਜਿਹੜਾ ਮਾੜਾ ਨਿੱਕਾ ਜਿਹਾ ਫਾਈਨੈਂਸ ਦਾ ਕੰਮ ਸੀ ਉਹ ਬੰਦ ਹੋ ਗਿਆ ਕਿਉਂਕਿ 100 ਦੇ ਵਿੱਚੋਂ 30 ਹੀ ਮੁੜਦੇ, ਦੂਜੇ ਕਹਿੰਦੇ ਸਾਡਾ ਕੰਮ ਨਹੀਂ ਚੱਲਦਾ ਪਿਆ, ਜ਼ਮੀਨ ਮੇਰੇ ਕੋਲੇ ਨਹੀਂ, ਦੁਕਾਨ ਦਾ ਕਿਰਾਇਆ ਮੈਨੂੰ ਨਹੀਂ ਆਉਂਦਾ, ਖਾਨਦਾਨ ਦੇ ਵਿੱਚੋਂ ਕੋਈ ਇੱਕ ਬੰਦਾ ਵੀ ਸਾਡਾ ਸਰਕਾਰੀ ਜੋਬ 'ਤੇ ਨਹੀਂ ਸੀ, ਪ੍ਰਾਈਵੇਟ 'ਤੇ ਵੀ ਹੈ ਨਹੀਂ ਸੀ, ਕਿਉਂਕਿ ਪੜ੍ਹੇ ਲਿਖੇ ਨੇ, ਖੇਤੀ ਵਾਲਾ ਬੰਦੇ, ਚੱਲ ਖੇਤੀ ਕਿਸੇ ਦੀ ਕਿਰਪਾ ਨਾਲ ਚਲੀ ਗਈ ਹੈ, ਕੋਹ ਨਹੀਂ ਕੋਲੇ ਮੱਥਾ ਤਾਂ ਬਾਈ ਜੀ ਮਾਰੂਗਾ ਨਾ ਬੰਦਾ, ਮਰਦਾ ਕੀ ਕਰੂਗਾ ਫਿਰ? ਜਾਂ ਖੁਦਕੁਸ਼ੀ ਕਰਨੀ ਪਊਗੀ, ਲੁੱਟ ਖੋਹ ਕਰੇ ਬੰਦਾ। ਪਹਿਲੀ ਗੱਲ ਤਾਂ ਉਹਨਾਂ ਆਫਿਸਰ ਨੂੰ ਮਾੜੀ ਮੋਟੀ ਜ਼ਮੀਰ ਜਾਗਣੀ ਚਾਹੀਦੀ ਹੈ ਬਾਈ ਜੀ। ਤੁਸੀਂ ਜਿਹੜੇ ਬੰਦੇ ਨੂੰ ਲੈ ਕੇ ਕਹਿਤਾ ਤੁਸੀਂ ਖੋਲ੍ਹ ਲਓ, ਦੂਜੇ ਨੂੰ ਮਾਰਨਾ ਤੁਸੀਂ, ਜਾਂ ਤਾਂ ਸ਼ਰੇਆਮ ਸਾਰਿਆਂ ਦਾ ਖੋਲ੍ਹ ਦਿਓ। ਤੁਸੀਂ ਤਾਂ ਭੇਜਿਆ ਚੋਰੀ, ਅਤੇ ਮੈਂ ਕਹਿੰਦਾ ਚਲਾਓ, ਪਤਾ ਮੈਨੂੰ ਵੀ ਆ, ਚਲਾਓ। ਪੱਤਰਕਾਰਾਂ ਨਾਲ ਗੱਲ ਹੁੰਦੀ ਆ, ਮੈਂ ਸ਼ਰੇਆਮ ਕਹਿੰਦਾ ਹੁੰਦੀ ਆ, ਕਰੂੰਗਾ। ਔਰ ਉਹਨਾਂ ਨਾਲ ਗੱਲ ਕਰ ਰਿਹਾ ਕਿ ਤੁਹਾਡੇ ਬਾਰ ਦੇ ਵਿੱਚ ਜਾ ਕੇ ਜਿੰਨੇ ਸਟੂਡੈਂਟ ਆਉਂਦੇ ਆ, ਤੁਹਾਡੀਆਂ ਵੀ ਬੰਦ ਹੋਣਗੀਆਂ, ਤੁਹਾਡੀਆਂ ਵੀ ਇੰਸਟੀਚਿਊਟ ਬੰਦ ਹੋਣਗੀਆਂ। ਤੁਸੀਂ ਸ਼ਰੇਆਮ ਕਹਿ ਦਿਓ ਕਿ ਹਾਂ ਜੀ ਪੈਸੇ ਦਿੱਤੇ ਹੀ ਚਲਾਵਾਂਗੇ ਜੀ, ਨਾਲੇ ਜਿਹੜੇ ਲੈ ਉਹਨੂੰ ਬੁਲਾਇਓ ਅਫਸਰ ਨੂੰ ਉੱਥੇ, ਮੈਂ ਵੀ ਦੇਖੂੰਗਾ। ਭਾਜਦਿਆਂ ਨੂੰ ਬਾਣ ਇੱਕੋ ਜਿਹੇ ਹੁੰਦੇ ਆ, ਕਿਸੇ ਦੇ ਘਰੇ ਤੁਸੀਂ ਬੰਦੇ ਭੇਜਦੇ ਹਾਂ, ਜਿਹਨੂੰ ਪੱਤਰਕਾਰ ਜਾ ਕੇ ਪੁੱਛੋ ਕੀ ਮਿਲ ਗਿਆ ਫਿਰ ਮੇਰੇ ਘਰੇ ਬਈ, ਕੀ ਮਿਲ ਗਿਆ ਸੀਗਾ ਉੱਥੇ, ਲੱਭ ਗਿਆ ਕੁਛ? ਕੀ ਸੀ? ਹੈ ਹੀ ਨਹੀਂ ਸੀ, ਇੱਥੇ ਘਰੇ ਕੰਮ ਕਰੀ ਜਾਂਦੇ ਸੀ ਆਪਦਾ। ਹੁਣ ਉਹਨੂੰ ਪੁੱਛ ਲਓ ਜਿਹਨੂੰ ਤੁਸੀਂ ਕਿਹਾ ਹੋਊਗਾ, ਨਾਲੇ ਇੱਕ ਨਹੀਂ ਦੋ ਆਏ, ਪਹਿਲੇ ਤਾਂ ਚੱਲ ਵਿਚਾਰੇ ਫਿਰ ਵੀ ਮੇਰਾ ਸਾਥ ਦਿੱਤਾ, ਇੱਕ ਹੋਰ ਆ ਗਿਆ ਬਾਅਦ 'ਚ। ਕਿੱਥੇ ਤੱਕ ਸਾਜ਼ਿਸ਼ਾਂ ਕਰਦੇ ਹੋ ਯਾਰ, ਕਿੱਥੇ ਤੱਕ? ਹੁਣ ਵੀ ਆ ਜਾਓ, ਹੁਣ ਵੀ ਘਰ ਦਿਖਾ ਦਿੰਦਾ, ਹੁਣ ਵੀ ਚੱਲ ਪੜੋ। ਪਰ ਤੁਹਾਡੇ ਇੰਸਟੀਚਿਊਟ ਦੇ ਵਿੱਚ ਸਟੂਡੈਂਟ ਹੈਗੇ ਆ, ਇਹ ਮੈਨੂੰ ਵੀ ਪਤਾ, ਪਰ ਮੇਰੀ ਗੱਲ ਪੱਤਰਕਾਰਾਂ ਨਾਲ ਚੱਲਦੀ ਪਈ ਆ, ਕਰੂੰਗਾ, ਸ਼ਰੇਆਮ ਕਰੂੰ। ਤੁਹਾਡੇ ਨੂੰ ਉਹ ਨਹੀਂ ਦਿਖਾਉਂਦਾ, ਚੱਡਾਂ 'ਚ ਪੂਛ ਪਾ ਕੇ ਨਹੀਂ ਆਉਂਦਾ ਵੀ ਲੁਕੋ ਕੇ ਕਰੂੰਗਾ। ਜਿੰਨੇ ਕਿ ਤੁਸੀਂ ਫਿਰਦੇ ਹੋ ਨਾ, ਇਹ ਤੁਸੀਂ ਨਵੇਂ ਆਏ ਹੋ ਇਸ ਕੰਮ ਦੇ ਵਿੱਚ, ਅਤੇ ਇਸ ਕਰਕੇ ਤੁਸੀਂ ਬਾਹਰ ਹੀ ਤਰਲੋ ਮੱਛੀ ਕਰਦੇ ਹੋ। ਉਹ ਬਾਈ ਜੀ ਵੰਡਣਾ ਖਾਣਾ ਹੁੰਦਾ, ਕਿਸਮਤ ਖਾਣੀ ਹੁੰਦੀ, ਇਮਾਨਦਾਰੀ ਖਾਣੀ ਹੁੰਦੀ, ਕੁਛ ਨਹੀਂ ਕਿਸੇ ਦਾ ਕੋਈ ਲੈ ਚੱਲਿਆ। ਤੁਹਾਡਾ ਹਿੱਸਾ ਤਾਂ ਤੁਹਾਨੂੰ ਪਰਮਾਤਮਾ ਨੇ ਦੇ ਦੇਣਾ। ਉਹ ਮੇਰੇ ਜਿੰਨੇ ਤੰਗ ਤਾਂ ਨਹੀਂ ਸੀ। 1500 ਜਦੋਂ ਖਾਤਾ ਖੁਲਾਇਆ ਉਦੋਂ ਮੰਗਿਆ ਸੀ ਕਿ ਤੂੰ ਸੇਵਿੰਗ ਖਾਤਾ ਖੁਲਾਉਣ ਨੂੰ। ਅੱਜ ਕਿਰਪਾ ਪਰਮਾਤਮਾ ਦੀ, ਪੈਸਾ ਮੇਰੇ ਕੋਲ ਹੈ ਨਹੀਂ। ਜਿਨ੍ਹਾਂ ਨੂੰ ਉਂਗਲਾਂ ਲਾ ਲਾ ਕੇ ਭੇਜਦੇ ਆ ਨਾ ਵੀ ਜਾਂ ਤਾਂ ਝਾੜ ਲਓ, ਤੰਗ ਕਰੋ ਇਹਨੂੰ, ਠੀਕ ਹੈ? ਕੁਛ ਨਹੀਂ ਹੈ ਮੇਰੇ ਕੋਲ ਬਾਈ ਜੀ। ਪਹਿਲਾਂ ਧਰਨਾ ਲੱਗਿਆ ਸੀ, FIR ਹੋਈ, ਸਾਰਿਆਂ ਦੀ ਗੱਲ ਕੀਤੀ ਸੀ ਵੀ ਚਲੋ ਯਾਰ ਸਾਰਿਆਂ ਦੇ ਦੁਕਾਨਾਂ ਖੋਲ੍ਹਣੀਆਂ ਚਾਹੀਦੀਆਂ, ਉਦੋਂ ਵੀ ਇਹੀ ਗੱਲ ਕੀਤੀ ਸੀ। ਤੁਸੀਂ ਮਰੀ ਹੋਈ ਜ਼ਮੀਰ ਵਾਲੇ ਹੋ, ਸ਼ਰੇਆਮ ਕਹਿਣਾ ਤੁਹਾਡਾ ਚੱਲਦਾ, ਮੈਨੂੰ ਪਤਾ। ਉਹਨਾਂ ਆਫਿਸਰਾਂ ਨੂੰ ਮੈਂ ਸਵਾਲ ਕਰਨੇ ਆ, ਪਰ ਪਲੈਨਿੰਗ ਦੇ ਤਹਿਤ ਕਰੂੰਗਾ। 5 ਦਿਨ 10 ਦਿਨ ਲੱਗਣਗੇ, ਕੋਈ ਚੱਕਰ ਨਹੀਂ, ਤੁਹਾਡਾ ਸਾਰੀਆਂ ਬਣਾਊਂਗਾ। ਔਰ ਸ਼ਰੇਆਮ ਕਹਿਣਾ ਕਿ ਜੇ ਕੋਈ ਆਈ ਤਾਂ ਮੈਂ ਬਣਾਊਂਗਾ, ਤੁਸੀਂ ਕਰ ਲਓ ਕੀ ਕਰਨਾ। ਤੁਹਾਨੂੰ ਲੋਕੇ ਕਰਨਾ ਆਉਂਦਾ ਨਾ, ਮੈਂ ਤਾਂ ਬਾਈ ਸ਼ਰੇਆਮ ਜ਼ਿਆਦਾ ਕਰੋ ਨਾ, ਜੇ ਕਰਨਾ ਸ਼ਰੇਆਮ ਕਰੋ। ਜੋ ਕੀਤਾ ਸ਼ਰੇਆਮ ਕੀਤਾ, ਜੋ ਕਰਨਾ ਸ਼ਰੇਆਮ ਕਰਨਾ, ਠੀਕ ਹੈ? ਲੋਕੇ ਪਹਿਲੀ ਗੱਲ ਤਾਂ ਸਵੇਰੇ ਉੱਠ ਕੇ ਅਰਦਾਸ ਕਰਕੇ ਉੱਠਦਾ, ਪ੍ਰਮਾਤਮਾ ਕਿਸੇ ਦਾ ਮਾੜਾ ਨਾ ਹੋਵੇ। ਅਣਜਾਣੇ 'ਚੋਂ ਜੇ ਵੱਖਰੀ ਗੱਲ ਆ, ਜਾਣ ਕੇ ਤਾਂ ਨਹੀਂ ਕੀਤਾ। ਅਤੇ ਜੇ ਕੋਈ ਕੰਮ ਕਰਦਾ ਆਪਾਂ ਤਾਂ ਕਹਿੰਦੇ ਵਧੀਆ ਤਰੱਕੀ ਕਰੇ, ਕਾਹ ਤੋਂ ਨਾ ਕਰੇ ਬਈ, ਆਦਾ ਰਿਸਕ ਲੈ ਰਿਹਾ, ਲਈ ਜਾਣ ਦਿਓ। ਐਡੀ ਮਰੀ ਹੋਈ ਜ਼ਮੀਰ 'ਤੇ ਐਡਾ ਸਾੜਾ ਤੁਹਾਡੇ 'ਚ, ਕਿੱਥੇ ਜਾਓਗੇ? ਤੁਹਾਡੇ ਬੱਚਿਆਂ ਨੇ ਰੋਟੀ ਖਾਣੀ ਆ, ਕਿਹੜੇ ਪੈਸੇ ਕਿੱਥੇ ਲੈ ਜਾਓਗੇ? ਇੰਨੇ ਸਾੜੇ ਨਾਲ ਬਾਈ ਜੀ ਕਿਵੇਂ ਜੋੜੋਗੇ ਯਾਰ ਆਰਾਮ ਨਾਲ ਤੁਸੀਂ? ਮੈਂ ਉਹ ਤਾਂ ਬੜੇ ਗੁਰਬਾਣੀ ਦੀਆਂ ਗੱਲਾਂ ਕਰਦੇ ਹੋ, ਠੀਕ ਹੈ? ਇਮਾਨਦਾਰੀ ਦੀਆਂ ਗੱਲਾਂ ਕਰਦੇ ਹੋ, ਬੜੇ ਲੋਕਾਂ ਦੀ ਹੈਲਪ ਕਰਦੇ ਹੋ ਜਾ ਕੇ, ਅਤੇ ਜਿਹਨੂੰ ਫਸਾਉਣ ਲੱਗੇ, ਜਿਹਦੇ ਘਰੇ, ਜਿਹਦੇ 'ਤੇ ਤੁਸੀਂ ਪੱਤਰਕਾਰੀ ਦੇ ਕਰਕੇ ਭੇਜਤਾ ਬੰਦਾ, ਅਤੇ ਉੱਥੇ ਜੇ ਕੋਈ ਫਸ ਗਿਆ, FIR ਹੋਊਗੀ, ਉਹਦੇ ਬੱਚੇ ਹੋਣਗੇ ਵਿਚਾਰੇ ਦੇ, ਕੀ ਕਰੂ ਹੋਏ? ਸੋਚਿਆ ਕਦੇ? ਜੇ ਤੁਹਾਨੂੰ ਲੱਗਦਾ ਤੁਸੀਂ ਵੈਸੇ ਹੀ ਕਹਿੰਦੇ ਜਾ ਕੇ, ਆ ਜਿਹੜੀਆਂ ਘੁਮਾ ਕੇ ਗੱਲਾਂ ਕਰਦੇ ਆ, ਸਾਨੂੰ ਜੀ ਇਹ ਨਹੀਂ ਕਰਨਾ ਚਾਹੀਦਾ, ਕਰੋਨਾ ਕਾਲ ਆ ਜੀ, ਸਿਰਫ ਤੁਹਾਡੇ ਨਾ ਤਾਂ ਤੁਹਾਡਾ ਜ਼ਮੀਰ ਆ, ਤੁਹਾਡਾ ਹੈਗਾ ਪੈਸੇ ਨਾਲ ਮਤਲਬ, ਕਿਉਂਕਿ ਹੱਡ ਹਰਾਮ ਦਾ ਖਾਣ ਗਿੱਜੇ ਹੋ ਤੁਸੀਂ। ਬਹੁਤ ਬੰਦੇ ਦੇਖੇ ਵੇ ਆ, ਟੈਂਟ ਹਾਊਸ ਦੇ ਪੈਸੇ ਵੀ ਨੱਪਦੇ ਆ। ਮੇਰਾ ਟੈਂਟ ਹਾਊਸ ਆ, ਕੰਮ ਕਰਾ ਕੇ ਪੈਸੇ ਨਹੀਂ ਦਿੱਤੇ,
ਇੱਕ ਦਿਨ ਪਹਿਲਾਂ ਲਿਜਾ ਕੇ 50,000 ਰੁਪਏ ਨੱਪ ਗਏ। ਉਹ ਵੀ ਬੰਦੇ ਹੈਗੇ ਇੱਥੇ, ਆਖੇ ਜੀ ਹਾਂ ਹੋ ਗਿਆ ਸਾਡੇ ਦਾ, ਪਰ ਫਿਰ ਵੀ ਮੈਂ ਕਿਹਾ ਛੱਡ ਯਾਰ ਕੋਈ ਗੱਲ ਨਹੀਂ, ਇੱਜ਼ਤ ਕਰਦੇ ਸੀਗੇ। ਪਰ ਪਤਾ ਲਾ ਕੇ ਬਾਅਦ 'ਚ ਵੀ ਕੀ ਹੋ ਰਿਹਾ। ਤੁਸੀਂ ਕਰ ਲਓ ਜਿਹੜਾ ਕਰਨਾ, ਕੋਈ ਚੱਕਰ ਨਹੀਂ, ਲਾਓ ਜ਼ੋਰ। ਪਰ ਹੁਣ ਚੱਲੂ ਤਾਂ ਸਭ ਦਾ ਚੱਲੂ, ਇਹ ਸਭ ਦਾ ਡੁੱਬੂ, ਇਹ ਗਰੰਟੀ ਆ। ਮੈਂ ਸ਼ਰੇਆਮ ਕਹਿੰਦਾ, ਤੁਹਾਡੇ ਕੋਲ ਲੁੱਕ ਕੇ ਨਹੀਂ ਕਹਿੰਦਾ। ਮਿਹਰਬਾਨੀ।